ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਰਾਧਾ ਸੁਆਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ ਜਿਵੇਂ ਕਿ 1 ਨਵੰਬਰ 2025 ਨੂੰ ਹਜ਼ੂਰ ਜੀ ਵੱਲੋਂ ਡੇਰੇ ਬਿਆਸ ਦੇ ਵਿੱਚ ਕੁਐਸਚਨ ਆਨਸਰ ਕੀਤੇ ਗਏ। ਅੱਜ ਵੀ ਬਾਬਾ ਜੀ ਸਟੇਜ ਦੇ ਉੱਤੇ ਨਹੀਂ ਆਏ ਤੇ ਥੋੜਾ ਜਿਹਾ ਲੱਗਦਾ ਹੈ ਕਿ ਬਾਬਾ ਜੀ ਕਿਉਂ ਨਹੀਂ ਆ ਰਹੇ ਹਨ, ਲੇਕਿਨ ਆਪਾਂ ਐਜ਼ ਅ ਸੰਗਤ ਸਿਰਫ ਉਹਨਾਂ ਦੀ ਮੌਜ ਅੰਡਰ ਰਹਿ ਸਕਦੇ ਹਨ, ਉਹਨਾਂ ਦੀ ਮੌਜ ਤੋਂ ਉੱਤੇ ਨਹੀਂ ਜਾ ਸਕਦੇ। ਅੱਜ ਦੇ ਜਿਹੜੇ ਕੁਐਸਚਨ ਆਨਸਰ ਹਨ ਜਿਹੜੇ ਕਿ ਇੰਪੋਰਟੈਂਟ ਹਨ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਤੁਸੀਂ ਬੜੇ ਪਿਆਰ ਦੇ ਨਾਲ ਸੁਣ ਸਕਦੇ ਹੋ। ਜਿਹੜੀ ਸੰਗਤ ਨਹੀਂ ਆ ਸਕੀ ਹੈ ਉਹ ਸੁਣ ਸਕਦੀ ਹੈ ਜੀ। ਇੱਕ ਕੁਐਸਚਨ ਕਿਸੇ ਨੇ ਹਜ਼ੂਰ ਜੀ ਤੋਂ ਪੁੱਛਿਆ ਕਿ ਹਜ਼ੂਰ ਜੀ ਕੀ ਬਾਬਾ ਜੀ ਫਾਈਨ ਹਨ, ਠੀਕ ਹਨ, ਉਹ ਸਤਸੰਗ ਦੇ ਵਿੱਚ ਕਿਉਂ ਨਹੀਂ ਆ ਰਹੇ ਹਨ? ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਉਹ ਠੀਕ ਨੇ, ਹੀ ਇਜ਼ ਫਾਈਨ। ਉਹਨਾਂ ਦੀ ਆਪਣੀ ਮੌਜ ਹੁੰਦੀ ਹੈ ਬੇਟਾ, ਆਪਾਂ ਉਹਨਾਂ ਦੇ ਹੁਕਮ ਦੇ ਵਿੱਚ ਰਹਿਣਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਪੁੱਛਿਆ ਕਿ ਹਜ਼ੂਰ ਜੀ ਮੇਰੀ 2 ਬੇਟੀਆਂ ਹਨ, 2 ਕੁੜੀ ਹਨ, ਲੇਕਿਨ ਜਿਹੜੇ ਮੇਰੇ ਘਰ ਦੇ ਹੈਗੇ ਆ, ਸੁਸਾਇਟੀ ਹੈਗੀ ਆ, ਉਹ ਕਹਿੰਦੀ ਹੈ ਕਿ ਮੈਨੂੰ ਮੁੰਡਾ ਹੋਣਾ ਚਾਹੀਦਾ ਹੈ। ਤਾਂ ਮੈਂ ਬਹੁਤ ਦੁਖੀ ਹੋ ਜਾਂਦੀ ਹਾਂ, ਤਾਂ ਮੈਂ ਕੀ ਕਰਾਂ ਹਜ਼ੂਰ ਜੀ? ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਦੇਖੋ, ਸਾਨੂੰ ਇਸ ਫਰਕ ਦੇ ਵਿੱਚ ਨਹੀਂ ਰਹਿਣਾ ਹੈ। ਜਿੰਨਾ ਚਿਰ ਬੇਟੀਆਂ ਦੀ ਗੱਲ ਹੈ, ਬੇਟੀਆਂ ਸਾਰੀ ਜ਼ਿੰਦਗੀ ਸਾਥ ਨਿਭਾਉਂਦੀ ਹੈ। ਜਿੰਨਾ ਚਿਰ ਬੇਟੀ ਦੀ ਗੱਲ ਹੈ, ਬੇਟਾ ਤਾਂ ਕਾਮ-ਕਾਜ ਵਿੱਚ ਫਸ ਜਾਂਦਾ ਹੈ, ਪਾਰ ਚਲਾ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਅਲੱਗ-ਥਲੱਗ ਹੋ ਜਾਂਦਾ ਹੈ। ਲੇਕਿਨ ਬੇਟੀਆਂ ਵਿਆਹ ਹੋਣ ਤੋਂ ਬਾਅਦ ਵੀ ਆਪਣੇ ਮਾਂ-ਬਾਪ ਤੋਂ ਉਨਾ ਹੀ ਪਿਆਰ ਕਰਦੀਆਂ ਹਨ ਜਿੰਨਾ ਪਹਿਲਾਂ ਕਰਦੀ ਸੀ। ਫਿਰ ਇਹ ਕੁਐਸਚਨ ਕਿਸੇ ਨੇ ਹਜ਼ੂਰ ਜੀ ਤੋਂ ਪੁੱਛਿਆ ਕਿ ਹਜ਼ੂਰ ਜੀ ਮੈਂ ਪਹਿਲੀ ਵਾਰੀ ਤੁਹਾਡੇ ਦਰਸ਼ਨ ਕੀਤੇ ਹਨ, ਮੇਰਾ ਮਨ ਬਹੁਤ ਕਠੋਰ ਹੈ, ਮੇਰੇ ਤੋਂ ਭਜਨ ਸਿਮਰਨ ਨਹੀਂ ਹੁੰਦਾ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਕਿਸ ਵਾਸਤੇ ਸਾਡਾ ਮਨ ਕਠੋਰ ਹੈ? ਇਹ ਤਾਂ ਬੇਟਾ ਸਾਨੂੰ ਸੋਚ ਦੀ ਪਰਖ ਦਿੱਤੀ ਗਈ ਹੈ, ਸੈਂਸ ਆਫ ਡਿਸਕ੍ਰਿਮੀਨੇਸ਼ਨ ਦਿੱਤੀ ਗਈ ਹੈ। ਸਾਨੂੰ ਉਸ ਦੀ ਪਰਖ ਕਰਨੀ ਹੈ, ਆਪਣਾ ਜਿਹੜਾ ਦਾਇਰਾ ਹੈ ਉਹਨੂੰ ਖੋਲਣ ਦੀ ਲੋੜ ਹੈ। ਜੇ ਆਪਾਂ ਆਪਣਾ ਦਾਇਰਾ ਖੋਲਾਂਗੇ ਤਾਂ ਸਾਨੂੰ ਸਮਝ ਆਊਗਾ ਕਿ ਸਾਡਾ ਇੱਥੇ ਕੋਈ ਨਹੀਂ ਹੈ ਮਾਲਕ ਤੋਂ ਸਿਵਾ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੇਰੇ ਜਿਹੜੇ ਬੱਚੇ ਹਨ ਉਹਨਾਂ ਨੂੰ ਸੇਵਾ ਦਾ ਬਹੁਤ ਸ਼ੌਕ ਹੈ, ਉਹ ਸੇਵਾ ਕਰਨਾ ਚਾਹੁੰਦੇ ਹਨ ਬਿਆਸ ਦੇ ਵਿੱਚ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਸਹੀ ਹੈ, ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜਿਹੜੇ ਕਿ ਮਾਂ-ਬਾਪ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਜੇ ਤੁਸੀਂ ਉਹਨਾਂ ਦੇ ਸਾਹਮਣੇ ਚੰਗਾ ਉਦਾਹਰਣ ਬਣੋਗੇ ਤਾਂ ਉਹ ਵੀ ਤੁਹਾਡੇ ਤੋਂ ਸਿੱਖਣਗੇ। ਲੇਕਿਨ ਹਰ ਇੱਕ ਚੀਜ਼ ਦਾ ਇੱਕ ਸਹੀ ਵਕਤ ਹੁੰਦਾ ਹੈ, ਉਸ ਵਕਤ ਦੇ ਵਿੱਚ ਉਹਨਾਂ ਨੂੰ ਉਹ ਚੀਜ਼ ਮਿਲ ਜਾਂਦੀ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੈਂ ਆਪਣੀ ਭੈਣ ਤੋਂ ਬਹੁਤ ਪਿਆਰ ਕਰਦਾ ਹਾਂ, ਆਪਾਂ 2 ਭਾਈ ਭੈਣ ਹਨ। ਮੈਨੂੰ ਲੱਗਦਾ ਹੈ ਕਿ ਜਦ ਉਹ ਵਿਆਹ ਕੇ ਕਿਸੇ ਹੋਰ ਘਰ ਚਲੀ ਜਾਊਗੀ ਤਾਂ ਮੈਨੂੰ ਉਹਦੀ ਬਹੁਤ ਯਾਦ ਆਊਗੀ। ਤਾਂ ਫਿਰ ਉਹਨਾਂ ਨੇ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਇਹ ਤਾਂ ਸਦਾ ਰਹਿਣ ਵਾਲਾ ਰਿਸ਼ਤਾ ਹੈ, ਇਹ ਤਾਂ ਪਿਆਰ ਦਾ ਰਿਸ਼ਤਾ ਹੈ, ਪ੍ਰੇਮ ਔਰ ਪਿਆਰ ਦਾ ਰਿਸ਼ਤਾ ਹੈ, ਇਹ ਤਾਂ ਸਦਾ ਹੀ ਰਹੂਗਾ, ਇਹ ਤਾਂ ਤੁਹਾਡੇ ਉੱਤੇ ਮੁਨੱਸਰ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਪੁੱਛਿਆ ਕਿ ਹਜ਼ੂਰ ਜੀ ਮੈਂ ਤੁਹਾਡਾ ਡਰਾਈਵਰ ਬਣਨਾ ਚਾਹੁੰਦਾ ਹਾਂ। ਤਾਂ ਫਿਰ ਉਹਨਾਂ ਨੇ ਜਵਾਬ ਦਿੱਤਾ ਕਿ ਦੇਖੋ ਬੇਟਾ, ਪਹਿਲਾਂ ਤੁਸੀਂ ਅਫਸਰ ਬਣ ਜਾਓ, ਇੰਡੀਪੈਂਡੈਂਟ ਬਣ ਜਾਓ ਆਪਣੀ ਲਾਈਫ ਦੇ ਵਿੱਚ, ਫਿਰ ਇਹ ਚੀਜ਼ ਮਿਲ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਹਰ ਇੱਕ ਚੀਜ਼ ਦਾ ਇੱਕ ਵਕਤ ਹੁੰਦਾ ਹੈ, ਇੱਕ ਟਾਈਮ ਹੁੰਦਾ ਹੈ। ਜਦ ਆਪਾਂ ਆਪਣੇ ਪੈਰ ਦੇ ਉੱਤੇ ਖੜੇ ਹੋ ਜਾਵਾਂਗੇ ਸਾਨੂੰ ਉਹ ਕਦਰ ਆ ਜਾਊਗੀ, ਫਿਰ ਸਾਡੇ ਉੱਤੇ ਇਹ ਚੀਜ਼ਾਂ ਸਹੀ ਸਾਬਤ ਹੋਣਗੀ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੈਨੂੰ ਆਪਣੇ ਬੱਚਿਆਂ ਦੀ ਬਹੁਤ ਫਿਕਰ ਰਹਿੰਦੀ ਹੈ, ਮੈਂ ਉਹਨਾਂ ਦੀ ਫਿਕਰ ਦੇ ਵਿੱਚ ਹੀ ਸਾਰਾ ਦਿਨ ਰਹਿੰਦੀ ਹਾਂ, ਭਜਨ ਸਿਮਰਨ ਵੀ ਨਹੀਂ ਹੁੰਦਾ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਕੀ ਆਪਾਂ ਸੋਚਦੇ ਹਾਂ ਕਿ ਸਾਡੀ ਫਿਕਰ ਦੇ ਨਾਲ ਉਹਨਾਂ ਦਾ ਕੁਝ ਬਣ ਜਾਊਗਾ? ਬੇਟਾ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਉਹ ਮਾਲਕ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ। ਜਿਹੜਾ ਕੁਝ ਵੀ ਹੋਵੇਗਾ ਉਹਨਾਂ ਦੀ ਮਰਜ਼ੀ ਦੇ ਨਾਲ ਹੋਵੇਗਾ। ਆਪਾਂ ਇਹ ਫਿਕਰ ਕਰਕੇ ਹੀ ਕੁਝ ਨਹੀਂ ਹਾਸਿਲ ਕਰ ਸਕਦੇ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੇਰੇ ਤੋਂ ਗਲਤੀਆਂ ਹੋ ਜਾਂਦੀਆਂ ਹਨ, ਲੇਕਿਨ ਉਹ ਜਿਹੜੀ ਗਲਤੀ ਹਨ ਮੇਰੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ, ਹੌਂਟ ਕਰਦੀ ਹੈ ਮੈਨੂੰ, ਤੇ ਮੈਂ ਵਾਰ-ਵਾਰ ਉਹਦੇ ਬਾਰੇ ਸੋਚਦਾ ਹਾਂ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਦੇਖੋ ਇਹ ਸਭ ਤੋਂ ਵੱਡੀ ਬੇਕਾਰ ਚੀਜ਼ ਹੈ ਜਿਹੜੀ ਆਪਾਂ ਕਰਦੇ ਹਾਂ। ਆਪਾਂ ਇਨਸਾਨ ਹਨ, ਸਾਨੂੰ ਉਹ ਸੈਂਸ ਆਫ ਡਿਸਕ੍ਰਿਮੀਨੇਸ਼ਨ ਦਿੱਤੀ ਗਈ ਹੈ, ਸੋਚਣ ਸਮਝਣ ਦੀ ਤਾਕਤ ਦਿੱਤੀ ਗਈ ਹੈ। ਆਪਾਂ ਨੂੰ ਤਾਂ ਉਸ ਗਲਤੀ ਨੂੰ ਜੇ ਹੋ ਵੀ ਜਾਂਦੀ ਹੈ ਉਹਨਾਂ ਨੂੰ ਉਸ ਤੋਂ ਸਿੱਖਣਾ ਹੈ। ਦੇਖੋ ਆਪਾਂ ਇਸ ਦੁਨੀਆ ਦੇ ਵਿੱਚ ਇਕੱਲੇ ਇਨਸਾਨ ਹਨ ਜਿਹੜੇ ਆਪਣੀ ਗਲਤੀ ਨੂੰ ਸੁਧਾਰ ਸਕਦੇ ਹਨ। ਜਿਹੜੀ ਹੋਰ ਜੂਨੀਆਂ ਹਨ ਉਹ ਸਿਰਫ ਭੋਗ ਜੂਨੀਆਂ ਹਨ, ਉਹ ਸਿਰਫ ਇੱਥੇ ਭੋਗ ਰਹੀਆਂ ਹਨ। ਤਾਂ ਸਾਨੂੰ ਤਾਂ ਸਿੱਖਣ ਦੀ ਲੋੜ ਹੈ। ਉਸ ਮਾਲਕ ਨੇ ਸਾਨੂੰ ਸੋਚਣ ਸਮਝਣ ਦੀ ਤਾਕਤ ਦਿੱਤੀ ਹੈ, ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਕੀ ਸਾਡੇ ਵਾਸਤੇ ਸਹੀ ਹੈ ਤੇ ਕੀ ਸਹੀ ਨਹੀਂ ਹੈ। ਆਪਣੀ ਗਲਤੀ ਨੂੰ ਸੁਧਾਰ ਕੇ ਫਿਰ ਉਸ ਮੁਕਾਮ ਦੇ ਉੱਤੇ ਪਹੁੰਚੋ ਕਿ ਫਿਰ ਉਹ ਚੀਜ਼ ਨਾ ਕਰੋ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ
ਤੁਸੀਂ ਮੈਨੂੰ ਨਾਮਦਾਨ ਬਖਸ਼ ਕੇ ਮੈਨੂੰ ਸੱਚਖੰਡ ਪਲੇਨ ਦੇ ਵਿੱਚ ਲੈ ਕੇ ਚਲੇ ਜਾਓ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਦੇਖੋ ਸਾਨੂੰ ਉਹ ਜਿਹੜਾ ਪਲੇਨ ਹੈ, ਜਿਹੜਾ ਜਹਾਜ਼ ਦੇ ਵਿੱਚ ਆਪਾਂ ਸੱਚਖੰਡ ਜਾਣਾ ਚਾਹੁੰਦੇ ਹਾਂ, ਉਸ ਦਾ ਫਿਊਲ ਜਿਹੜਾ ਹੈ ਉਹ ਭਜਨ ਸਿਮਰਨ ਹੈ, ਉਹਦਾ ਜਿਹੜਾ ਤੇਲ ਪਾਣੀ ਹੈ ਉਹ ਭਜਨ ਸਿਮਰਨ ਹੈ। ਤੁਸੀਂ ਆਪਣੇ ਵੱਲੋਂ ਮਿਹਨਤ ਕਰੋ, ਆਪਣੇ ਵੱਲੋਂ ਟਾਈਮ ਕੱਢੋ, ਫਿਰ ਉਸ ਮਾਲਕ ਦੀ ਅੱਗੇ ਜ਼ਿੰਮੇਵਾਰੀ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਬਾਬਾ ਜੀ ਸਾਡੇ ਤਾਇਆ ਹਨ ਤੇ ਤੁਸੀਂ ਸਾਡੇ ਚਾਚਾ ਜੀ ਹਨ। ਤਾਂ ਹਜ਼ੂਰ ਜੀ ਕਹਿਣ ਲੱਗੇ ਕਿ ਮੇਰੀ ਉਮਰ ਤਾਂ ਇੰਨੀ ਨਹੀਂ ਹੋਗੀ ਕਿ ਮੈਂ ਚਾਚਾ ਜੀ ਕਿਸੇ ਦਾ ਬਣ ਸਕਦਾ ਹਾਂ, ਮੈਂ ਇੰਨਾ ਓਲਡ ਨਹੀਂ ਹਾਂ, ਤੁਸੀਂ ਮੈਨੂੰ ਭਰਾ ਕਹਿ ਸਕਦੇ ਹੋ। ਸਾਰੀ ਸੰਗਤ ਉੱਤੇ ਹੱਸਣ ਲੱਗ ਪਈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਤੁਸੀਂ ਸਾਨੂੰ ਅੰਦਰ ਪ੍ਰਕਾਸ਼ ਦਿਖਾਓ, ਸਾਨੂੰ ਬਹੁਤ ਚਾਹਤ ਹੁੰਦੀ ਹੈ ਕਿ ਆਪਾਂ ਅੰਦਰ ਪ੍ਰਕਾਸ਼ ਵੇਖੀਏ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਦੇਖੋ ਚਾਹਤ ਸਾਡੀ ਠੀਕ ਹੈ, ਲੇਕਿਨ ਆਪਾਂ ਇਹਦੇ ਵਿੱਚ ਵੀ ਆਪਣੀ ਕਨਵਿੰਸ ਲੈ ਕੇ ਬੈਠ ਜਾਂਦੇ ਹਾਂ। ਸਾਨੂੰ ਤਾਂ ਪਹਿਲਾਂ ਆਪਣਾ ਬਰਤਨ ਸਾਫ਼ ਕਰਨਾ ਹੈ, ਆਪਣਾ ਬਰਤਨ ਸਾਫ਼ ਕਰਾਂਗੇ, ਉਸ ਮੁਕਾਮ ਦੇ ਉੱਤੇ ਪਹੁੰਚਾਂਗੇ, ਉਹ ਅਵਸਥਾ ਵੀ ਆਵੇਗੀ ਜਦ ਪ੍ਰਕਾਸ਼ ਸਾਨੂੰ ਦਿਖੂਗਾ। ਉਹਨਾਂ ਨੇ ਐਗਜ਼ਾਮਪਲ ਲਿੱਤਾ ਕ੍ਰਿਕਟਰ ਦਾ। ਦੇਖੋ ਜਦ ਕ੍ਰਿਕਟਰ ਆਪਣੀ ਬੈਟਿੰਗ ਕਰਨ ਆਉਂਦਾ ਹੈ, ਉਹ 0 ਤੋਂ ਸਟਾਰਟ ਕਰਦਾ ਹੈ, 0 ਤੋਂ ਅੱਗੇ ਰਨ ਬਣਾਉਂਦਾ ਹੈ, ਫਿਰ ਕਰ ਕਰਕੇ ਰਨ ਜੋੜਦਾ ਹੈ। ਤਾਂ ਸਾਨੂੰ ਵੀ ਬੇਟਾ ਧੀਰੇ ਧੀਰੇ ਆਪਣੇ ਭਜਨ ਸਿਮਰਨ ਨੂੰ ਵਧਾਉਣਾ ਹੈ, ਉਸ ਇਕਾਗਰਤਾ ਦੇ ਉੱਤੇ ਪਹੁੰਚਣਾ ਹੈ ਕਿ ਸਾਨੂੰ ਆਪਾਂ ਵੀ ਉਸ ਮੁਕਾਮ ਦੇ ਉੱਤੇ ਪਹੁੰਚ ਸਕੀਏ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੈਂ ਜਦ ਭਜਨ ਸਿਮਰਨ ਤੇ ਬਹਿੰਦੀ ਹਾਂ ਤਾਂ ਮੈਨੂੰ ਡਰ ਲੱਗ ਜਾਂਦਾ ਹੈ, ਇਹੋ ਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਡਰ ਰਹੀ ਹਾਂ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈ। ਜੇ ਉਸ ਮਾਲਿਕ ਨੇ ਸਾਨੂੰ ਨਾਮਦਾਨ ਦਿੱਤਾ ਹੈ, ਉਹ ਮਾਲਿਕ ਸਾਡੇ ਕੋਲ ਹੈ, ਸਾਨੂੰ ਡਰਨ ਦੀ ਲੋੜ ਨਹੀਂ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਦ ਵੀ ਮੈਂ ਦੂਜੇ ਦੀ ਕੋਈ ਗੱਲ ਕੋਈ ਮੈਨੂੰ ਕਹਿੰਦਾ ਹੈ, ਉਹ ਮੇਰੇ ਦਿਲ ਤੇ ਲੱਗ ਜਾਂਦੀ ਹੈ ਤੇ ਮੈਂ ਬਹੁਤ ਦੁਖੀ ਹੋ ਜਾਂਦੀ ਹੈ ਕਿ ਇਹਨੇ ਮੈਨੂੰ ਇਹ ਚੀਜ਼ ਕਿਉਂ ਕਹਿਤੀ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਇਹ ਸਾਡੀ ਅਟੈਚਮੈਂਟ ਦਾ ਫਰਕ ਹੈ, ਆਪਾਂ ਬਹੁਤ ਅਟੈਚਡ ਹਾਂ ਦੁਨੀਆ ਤੋਂ, ਤਾਂ ਕਰਕੇ ਕੁਝ ਹੁੰਦਾ ਹੈ। ਦੇਖੋ ਕੋਈ ਦੂਸਰਾ ਹੁੰਦਾ ਹੈ, ਸਾਨੂੰ ਉਸ ਦੀ ਗੱਲ ਜਿਹੜੀ ਹੈ ਉਹ ਦਿਲ ਤੇ ਨਹੀਂ ਲੱਗਦੀ, ਕਿਉਂਕਿ ਉਹ ਸਾਡਾ ਆਪਣਾ ਨਹੀਂ ਹੈ, ਕਿਸੇ ਆਪਣੇ ਦੇ ਹੀ ਗੱਲ ਸਾਡੇ ਦਿਲ ਦੇ ਉੱਤੇ ਲੱਗਦੀ ਹੈ। ਤੇ ਸਾਨੂੰ ਆਪਣੀ ਜਿਹੜੀ ਅਟੈਚਮੈਂਟ ਹੈ ਉਹ ਦੁਨੀਆ ਤੋਂ ਕੱਢ ਕੇ ਉਸ ਪਰਮਾਤਮਾ ਵਾਸਤੇ ਲਗਾਉਣੀ ਹੈ। ਜੇ ਆਪਾਂ ਉਸ ਪਰਮਾਤਮਾ ਵੱਲ ਲਗਾਵਾਂਗੇ ਤਾਂ ਉਹ ਸਾਡੀ ਸੰਭਾਲ ਕਰੂਗਾ। ਜੇ ਆਪਾਂ ਆਪਣੀ ਅਟੈਚਮੈਂਟ ਨੂੰ ਉਸ ਪਰਮਾਤਮਾ ਦੇ ਵੱਲ ਲਗਾਵਾਂਗੇ, ਫਿਰ ਸਾਨੂੰ ਇਹ ਜਿਹੜੀਆਂ ਚੀਜ਼ਾਂ ਹਨ ਉਹ ਅਫੈਕਟ ਨਹੀਂ ਕਰਨਗੀਆਂ ਹਨ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਦ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਆਲੇ ਦੁਆਲੇ ਕੋਈ ਵੀ ਚੀਜ਼ ਗਲਤ ਦੇਖਦੀ ਹਾਂ ਤਾਂ ਮੈਂ ਉਹਨਾਂ ਨੂੰ ਆਬਜੈਕਟ ਕਰ ਦਿੰਦੀ ਹਾਂ, ਮੈਂ ਸਟੈਂਡ ਕਰਦੀ ਹਾਂ ਕਿ ਨਹੀਂ ਇਹ ਗਲਤ ਹੋ ਰਿਹਾ ਹੈ। ਹਜ਼ੂਰ ਜੀ ਨੇ ਕਿਹਾ ਕਿ ਠੀਕ ਹੈ, ਕੁਝ ਹੱਦ ਤੱਕ ਇਹ ਚੀਜ਼ ਵੀ ਠੀਕ ਹੈ, ਆਪਣੇ ਘਰ ਤੱਕ ਠੀਕ ਹੈ, ਲੇਕਿਨ ਹਰ ਜਗ੍ਹਾ ਇਹ ਚੀਜ਼ ਨਹੀਂ ਹੋ ਸਕਦੀ। ਤੁਸੀਂ ਕੰਮ ਕਾਜ ਵੱਲ ਜਾਂਦੇ ਹੋ, ਜੌਬ ਦੇ ਵਿੱਚ ਜਾਂਦੇ ਹੋ, ਜੇ ਤੁਸੀਂ ਹਰ ਜਗ੍ਹਾ ਇਹ ਆਬਜੈਕਟ ਕਰਨਾ ਸ਼ੁਰੂ ਕਰ ਦੋਗੇ ਤਾਂ ਫਿਰ ਜ਼ਿੰਦਗੀ ਕੱਟਣੀ ਬਹੁਤ ਔਖੀ ਹੋ ਜੂਗੀ। ਤੁਸੀਂ ਆਪਣੇ ਵੱਲੋਂ ਚੰਗਾ ਕਰੋ ਤੇ ਸਾਰੀ ਜਗ੍ਹਾ ਤੁਸੀਂ ਇਹ ਨਹੀਂ ਕਰ ਸਕਦੇ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਿਹੜੇ ਲੋਕੀ ਹਨ, ਜਿਹੜੀ ਦੁਨੀਆ ਹਨ, ਉਹ ਮੈਨੂੰ ਗਾਲਾਂ ਕੱਢਦੀਆਂ ਹਨ, ਮੈਨੂੰ ਮਾੜਾ ਬੋਲਦੀ ਹੈ, ਕੋਈ ਮੇਰੇ ਵਜਨ ਦੇ ਉੱਤੇ ਕੁਝ ਕਹਿੰਦਾ ਹੈ, ਕੋਈ ਮੇਰੇ ਸਰੀਰ ਦੇ ਉੱਤੇ ਕੁਝ ਕਹਿੰਦਾ ਹੈ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਇਹ ਦੁਨੀਆ ਹੈ, ਦੁਨੀਆ ਨੇ ਸੰਤ ਮਹਾਤਮਾ ਨੂੰ ਨਹੀਂ ਛੱਡਾ, ਆਪਾਂ ਤਾਂ ਕੀ ਚੀਜ਼ ਹੈ, ਆਪਾਂ ਨੇ ਧਿਆਨ ਨਹੀਂ ਦੇਣਾ ਹੈ, ਆਪਾਂ ਨੇ ਆਪਣਾ ਜਿਹੜਾ ਧਿਆਨ ਹੈ ਉਸ ਮਾਲਕ ਵੱਲ ਰੱਖਣਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਰੂਹਾਨੀਅਤ ਕੀ ਹੈ, ਵਾਟ ਇਜ਼ ਰੂਹਾਨੀਅਤ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਸੈਲਫ ਰਿਅਲਾਈਜੇਸ਼ਨ, ਆਪਣੇ ਆਪ ਦੀ ਪਹਿਚਾਣ ਹੀ ਰੂਹਾਨੀਅਤ ਹੈ। ਜਦ ਆਪਾਂ ਉਸ ਚੀਜ਼ ਦੇ ਉੱਤੇ ਸਟੱਡੀ ਕਰਦੇ ਹਾਂ ਕਿ ਆਪਾਂ ਕੌਣ ਹਨ, ਕਿੱਥੇ ਤੋਂ ਆਏ ਹਨ ਤੇ ਸਾਨੂੰ ਕਿੱਥੇ ਜਾਣਾ ਹੈ, ਉਹੀ ਰੂਹਾਨੀਅਤ ਹਨ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਆਪਾਂ ਨੂੰ ਨਾਮਦਾਨ ਨਹੀਂ ਮਿਲਿਆ ਹੈ, ਵੀ ਆਰ ਨਾਟ ਇਨੀਸ਼ੀਏਟਡ, ਤਾਂ ਆਪਾਂ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਸਤਸੰਗ ਦੇ ਨਾਲ ਜੋੜ ਸਕਦੇ ਹਾਂ। ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ ਸਤਸੰਗ ਜੋ ਹੈ ਉਹ ਸਾਨੂੰ এনवायरमेंट ਬਣਾਉਂਦਾ ਹੈ। ਆਪਾਂ ਜੇ ਉਸ ਅਵਸਥਾ ਦੇ ਵਿੱਚ ਪਹੁੰਚਾਂਗੇ, ਸਤਸੰਗ ਸੁਣਾਂਗੇ ਤਾਂ ਸਾਨੂੰ ਇੱਕ এনवायरमेंट ਮਿਲੂਗਾ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਦ ਆਪਾਂ ਭਜਨ ਸਿਮਰਨ ਤੇ ਬਹਿੰਦੇ ਹਾਂ ਤਾਂ ਸਾਨੂੰ ਕਿਸ ਦਾ ਧਿਆਨ ਕਰਨਾ ਚਾਹੀਦਾ ਹੈ, ਆਪ ਜੀ ਦਾ ਕਰਨਾ ਚਾਹੀਦਾ ਹੈ ਜਾਂ ਬਾਬਾ ਜੀ ਦਾ ਕਰਨਾ ਚਾਹੀਦਾ ਹੈ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਇਹ ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਜਿਹਦੇ ਨਾਲ ਵੀ ਸਾਡਾ ਪਿਆਰ ਬਣ ਜਾਂਦਾ ਹੈ, ਉਹਦੀ ਸ਼ਕਲ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦੀ ਹੈ। ਲੇਕਿਨ ਫਿਰ ਵੀ ਜਿਨ੍ਹਾਂ ਦੇ ਕੋਲੋਂ ਸਾਨੂੰ ਨਾਮਦਾਨ ਮਿਲਾ ਹੈ, ਸਾਨੂੰ ਉਹਦਾ ਹੀ ਧਿਆਨ ਕਰਨਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਭਜਨ, ਮੈਡੀਟੇਸ਼ਨ ਤੇ ਸਿਮਰਨ ਦੇ ਵਿੱਚ ਕੀ ਫਰਕ ਹੁੰਦਾ ਹੈ। ਤਾਂ ਹਜ਼ੂਰ ਜੀ ਨੇ ਜਵਾਬ ਦਿੱਤਾ ਕਿ ਬੇਟਾ ਦੋਨੋਂ ਇੱਕੋ ਹੀ ਚੀਜ਼ ਹਨ, ਲੇਕਿਨ
ਜਿਹੜਾ ਇਨੀਸ਼ੀਏਸ਼ਨ ਤੋਂ ਬਾਅਦ, ਨਾਮਦਾਨ ਤੋਂ ਬਾਅਦ ਜਿਹੜੀ ਯੁਕਤੀ ਸਾਨੂੰ ਸਮਝਾਈ ਜਾਂਦੀ ਹੈ, ਉਸ ਦੇ ਤਰੀਕੇ ਦੇ ਨਾਲ ਜਦੋਂ ਆਪਾਂ ਕਰਦੇ ਹਾਂ ਉਹ ਭਜਨ ਬਣ ਜਾਂਦਾ ਹੈ। ਜਿਹੜਾ ਆਪਾਂ ਚੁੱਪਚਾਪ ਬੈਠਦੇ ਹਾਂ ਉਹ ਮੈਡੀਟੇਸ਼ਨ ਹੁੰਦਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ, ਜਿਹੜੀ ਚੀਜ਼ ਸਾਡੀ ਕਿਸਮਤ ਦੇ ਵਿੱਚ ਨਹੀਂ ਹੈ, ਕਿ ਆਪਾਂ ਨੂੰ ਉਸ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ? ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਬਿਲਕੁਲ ਕਰਨੀ ਚਾਹੀਦੀ ਹੈ। ਕਿਸਮਤ ਸਾਨੂੰ ਇੱਕ ਮੁਕਾਮ ਦੇ ਲੈ ਕੇ ਉੱਤੇ ਖੜੇ ਕਰ ਦਿੰਦੀ ਹੈ। ਸਾਨੂੰ ਤਾਂ ਇਹ ਸਮਝਣਾ ਹੈ ਕਿ ਆਪਾਂ ਨੇ ਆਪਣੇ ਵੱਲੋਂ ਮਿਹਨਤ ਕਰਨੀ ਹੈ, ਬਾਕੀ ਉਹ ਪਰਮਾਤਮਾ ਜਿਹੜਾ ਵੀ ਸਾਡੇ ਵਾਸਤੇ ਸੀਖ ਸਮਝੂਗਾ ਉਹ ਸਾਡੇ ਵਾਸਤੇ ਹੋਊਗਾ। ਬੇਟਾ ਹੋਣਾ ਵਈ ਜਿਹੜਾ ਮਾਲਿਕ ਨੇ ਸਾਡੇ ਵਾਸਤੇ ਲਿਖ ਦਿੱਤਾ ਹੈ, ਤੇ ਜਿਹੜਾ ਉਹ ਪਰਮਾਤਮਾ ਸਾਡੇ ਵਾਸਤੇ ਚੰਗਾ ਸੋਚਦਾ ਹੈ, ਸਾਨੂੰ ਤਾਂ ਉਹਦੇ ਹੁਕਮ ਦੇ ਵਿੱਚ ਰਹਿਣਾ ਹੈ ਤੇ ਉਹਦਾ ਸ਼ੁਕਰੀਆ ਅਦਾ ਕਰਨਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਪੁੱਛਿਆ ਕਿ ਹਜ਼ੂਰ ਜੀ ਕਦੇ ਸਟੇਸ਼ਨਾਂ ਦੇ ਉੱਤੇ ਜਾਂ ਕਿਸੇ ਥਾਵਾਂ ਤੇ ਸਾਡੇ ਤੋਂ ਕੋਈ ਪੈਸਾ ਮੰਗਣਾ ਸ਼ੁਰੂ ਕਰ ਦਿੰਦਾ ਹੈ ਤਾਂ ਕੀ ਆਪਾਂ ਨੂੰ ਦੇਣਾ ਚਾਹੀਦਾ ਹੈ? ਹਜ਼ੂਰ ਜੀ ਨੇ ਕਿਹਾ ਕਿ ਸਾਨੂੰ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਲੇਕਿਨ ਸਾਨੂੰ ਇੱਕ ਪਾਸੇ ਇਹ ਵੀ ਵੇਖਣਾ ਚਾਹੀਦਾ ਹੈ ਕਿ ਆਪਾਂ ਇਹ ਚੈੱਕ ਕਰ ਲਈਏ ਕਿ ਜੇ ਆਪਾਂ ਕਿਸੇ ਦੀ ਮਦਦ ਕਰ ਰਹੇ ਹਨ, ਉਹ ਮਦਦ ਉਹ ਸਹੀ ਰਾਸਤੇ ਦੇ ਉੱਤੇ ਲੈ ਕੇ ਜਾ ਰਿਹਾ ਹੈ। ਇਹ ਨਾ ਹੋਵੇ ਕਿ ਉਹ ਉਹਨਾਂ ਪੈਸਿਆਂ ਤੋਂ ਕੋਈ ਮਾੜਾ ਕੰਮ ਕਰ ਰਿਹਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ, ਜਦ ਮੈਂ ਸਤਸੰਗ ਦੇ ਵਿੱਚ ਆਉਂਦੀ ਹਾਂ ਤਾਂ ਮੈਂ ਬਹੁਤ ਕੁਝ ਭੁੱਲ ਜਾਂਦੀ ਹਾਂ, ਮੈਂ ਸਤਸੰਗ ਭੁੱਲ ਜਾਂਦੀ ਹਾਂ। ਤਾਂ ਹਜ਼ੂਰ ਜੀ ਨੇ ਕਿਹਾ ਕਿ ਲਿਖ ਲਿਆ ਕਰੋ। ਤਾਂ ਸਾਰੀ ਸੰਗਤ ਹੱਸਣ ਲੱਗ ਪਈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਕਿਹਾ ਕਿ ਹਜ਼ੂਰ ਜੀ, ਜਦ ਸਾਰਾ ਕੁਝ ਮਾਲਿਕ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਤਾਂ ਫਿਰ ਆਪਾਂ ਉਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਕਿਉਂ ਸੋਚਦੇ ਹਾਂ? ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਇਹੀ ਤਾਂ ਸੋਚ ਹੈ ਕਿ ਐਜ਼ ਅ ਇਨਸਾਨ ਆਪਾਂ ਉਸ ਅਵਸਥਾ ਦੇ ਵਿੱਚ ਨਹੀਂ ਹੈਗੇ ਆ ਕਿ ਆਪਾਂ ਉਸ ਚੀਜ਼ ਨੂੰ ਸਮਝ ਸਕੀਏ। ਜਿਸ ਦਿਨ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆ ਗਈ ਨਾ ਕਿ ਸਾਰਾ ਕੁਝ ਉਸ ਮਾਲਿਕ ਦੀ ਮੌਜ ਦੇ ਵਿੱਚ ਹੋ ਰਿਹਾ ਹੈ, ਉਹਦੇ ਹੁਕਮ ਕਰਕੇ ਹੋ ਰਿਹਾ ਹੈ, ਫਿਰ ਤਾਂ ਸਵਾਲ ਵੀ ਸਾਡੇ ਅੱਗੇ ਨਹੀਂ ਹੋਣਗੇ। ਬੇਟਾ ਜਿਸ ਦਿਨ ਇਹ ਚੀਜ਼ ਸਾਡੇ ਮਾਈਂਡ ਦੇ ਉੱਤੇ ਬੈਠ ਗਈ ਕਿ ਉਹ ਮਾਲਿਕ ਕਰਾਉਣ ਵਾਲਾ ਉਹ ਮਾਲਿਕ ਹੈ, ਫਿਰ ਆਪਾਂ ਉਸ ਅਵਸਥਾ ਦੇ ਵਿੱਚ ਪਹੁੰਚ ਜਾਣਗੇ। ਲੇਕਿਨ ਬੇਟਾ ਮੰਨਦਾ ਕੌਣ ਹੈ? ਆਪਾਂ ਮੰਨਦੇ ਨਹੀਂ ਹਾਂ, ਤਾਂ ਕਰਕੇ ਇੱਥੇ ਫਸੇ ਹੋਏ ਹਨ। ਆਪਣੀ ਕਰਤੂਤਾਂ ਕਰਕੇ ਆਪਾਂ ਇਹ ਸਾਰਾ ਕੁਝ ਸਹਿ ਰਹੇ ਹਨ। ਤਾਂ ਇਹ ਸੀਗੇ ਕੁਝ ਇੰਪੋਰਟੈਂਟ ਸਵਾਲ ਜਿਹੜੇ ਕਿ ਹਜ਼ੂਰ ਜੀ ਵੱਲੋਂ ਆਨਸਰ ਦਿੱਤੇ ਗਏ। ਤੇ ਜਿਹੜਾ ਵੀ ਮਾਹੌਲ ਸਤਸੰਗ ਘਰ ਦੇ ਵਿੱਚ ਹੈ, ਉੱਥੇ ਬਾਬਾ ਜੀ ਦੀ ਬਹੁਤ ਯਾਦ ਆਉਂਦੀ ਹੈ, ਕਿਉਂਕਿ ਬਾਬਾ ਜੀ ਆਉਂਦੇ ਸੀ ਤੇ ਕੱਲ ਵੀ ਉਮੀਦ ਰਹੂਗੀ ਕਿ ਸਤਸੰਗ ਦੇ ਵਿੱਚ ਬਾਬਾ ਜੀ ਆਉਣਗੇ, ਲੇਕਿਨ ਉਹਨਾਂ ਦੀ ਆਪਣੀ ਮਰਜ਼ੀ ਹੈ, ਆਪਣੀ ਮੌਜ ਹੈ। ਆਪਾਂ ਤਾਂ ਜਿੱਥੇ ਵੀ ਹੈਗੇ ਆ, ਜਿਸ ਵੀ ਰੂਪ ਦੇ ਵਿੱਚ ਹੈ, ਜਿੱਥੇ ਵੀ ਰਹਿੰਦੇ ਆ, ਸਾਨੂੰ ਤਾਂ ਉਸ ਭਜਨ ਸਿਮਰਨ ਕਰਨਾ ਹੈ। ਉਹ ਮਾਲਿਕ ਸਾਡਾ ਭਜਨ ਸਿਮਰਨ ਵੇਖੂਗਾ, ਉਹ ਸਾਡੇ ਤੋਂ ਹੋਰ ਕੁਝ ਨਹੀਂ ਮੰਗਦਾ। ਭਜਨ ਸਿਮਰਨ ਮੰਗਾ ਹੈ, ਆਪਾਂ ਉਹ ਕਰਾਂਗੇ। ਸਾਰੇ ਕੰਮ ਕਾਜ ਨੂੰ ਕਰਦੇ ਹੋਈਏ ਭਜਨ ਸਿਮਰਨ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ। ਇਹੀ ਉਸ ਮਾਲਿਕ ਦਾ ਪਾਣਾ ਹੈ, ਇਹ ਉਸ ਮਾਲਿਕ ਦੀ ਮੌਜ ਹੈ। ਰਾਧਾ स्वामी जी।